ਵਾਸੂ ਜੇ ਵੀ ਚੈਰਿਟੀ ਵਾਲਾ ਮੁੱਦਾ ਨਾ ਹੁੰਦਾ, ਜੇ ਇਹ ਕੰਟਰੋਵਰਸੀ ਨਾ ਹੁੰਦੀ, ਤਾਂ ਸ਼ਾਇਦ ਇਸ ਵੇਲੇ ਅਸੀਂ ਕਹਿਣਾ ਸੀ ਵੀ ਜੀ ਕੱਲ੍ਹ ਦੀ ਇੱਕ ਹੋਰ ਜਿਹੜੀ ਇੰਪੋਰਟੈਂਟ ਡਿਵੈਲਪਮੈਂਟ ਹੋਈ ਹੈ ਉਹ ਇਹ ਹੈ ਕਿ ਵੇਜ ਸਬਸਿਡੀ ਐਕਸਟੈਂਡ ਕਰ ਦਿੱਤੀ ਗਈ ਹੈ। ਉਹ ਬਿੱਲ ਪਾਸ ਹੋ ਚੁੱਕਾ ਹੈ ਅਤੇ ਜਿਹੜਾ ਡਿਸੇਬਿਲਿਟੀ ਬੈਨੀਫਿਟ ਹੈ $600 ਦਾ ਵਨ ਟਾਈਮ ਟੈਕਸ ਫਰੀ, ਉਹ ਬਿੱਲ ਵੀ ਪਾਸ ਹੋ ਚੁੱਕਾ। ਫਿਰ ਉਹਦੇ ਬਾਰੇ ਗੱਲ ਹੋਣੀ ਸੀ, ਪਰ ਆਫ ਕੋਰਸ ਇਹ ਸਭ ਹੋਇਆ। ਪਰ ਵੱਡੀ ਖਬਰ ਇਹ ਨਹੀਂ ਆ, ਵੱਡੀ ਖਬਰ ਹੈ ਵੀ ਚੈਰਿਟੀ ਦਾ ਮੁੱਦਾ, ਕਿਉਂਕਿ ਉਹਨੂੰ ਲੈ ਕੇ ਅੱਜ ਇੱਕ ਨਵੀਂ ਗੱਲ ਇਹ ਵੀ ਆਈ ਆ ਕਿ ਜਿਹੜੀ ਵੀ ਚੈਰਿਟੀ ਨੂੰ ਇਹ ਕੰਟਰੈਕਟ ਦਿੱਤਾ ਗਿਆ, ਵੀ ਚੈਰਿਟੀ ਦੇ ਅੱਗੇ ਫਰਦਰ ਕਈ ਅਲੱਗ-ਅਲੱਗ ਬ੍ਰਾਂਚਿਸ ਨੇ। ਜਿਸ ਬ੍ਰਾਂਚ ਨੂੰ ਇਹ ਕੰਟਰੈਕਟ ਅਵਾਰਡ ਕੀਤਾ ਗਿਆ ਉਹ ਅਗਸਤ 2018 'ਚ ਰਜਿਸਟਰ ਹੋਈ ਸੀ। ਐਸੈਟ ਉਹਦੇ ਨਾਂ 'ਤੇ ਕੋਈ ਨਹੀਂ ਹੈਗਾ, ਉਹਨੇ ਅਜੇ ਤੱਕ ਕੋਈ ਚੈਰਿਟੀ ਦਾ ਕੰਮ ਨਹੀਂ ਕੀਤਾ। ਅਤੇ ਇਸ ਜਿਹੜੀ ਡਿਵੀਜ਼ਨ ਸੀ ਵੀ ਚੈਰਿਟੀ ਫਾਊਂਡੇਸ਼ਨ ਜਿਹਦਾ ਨਾਂ, ਇਹ ਸਿਰਫ ਰੀਅਲ ਏਸਟੇਟ ਪ੍ਰੋਪਰਟੀਜ਼ ਨੂੰ ਹੋਲਡ ਕਰਨ ਵਾਸਤੇ ਬਣਾਈ ਗਈ ਸੀ। ਵੀਰੇ ਜਨਵਰੀ 2018 ਦੇ ਵਿੱਚ ਐਸਟੈਬਲਿਸ਼ ਹੋਈ ਸੀ। ਅਗਸਤ 2018 ਦੇ ਵਿੱਚ ਇਹਨੂੰ ਇਨਐਕਟਿਵ ਕਰ ਦਿੱਤਾ ਗਿਆ ਸੀ। ਓਕੇ। ਅਤੇ ਉਸ ਤੋਂ ਬਾਅਦ ਫਿਰ April 2019 ਪਿਛਲੇ ਸਾਲ ਫੈਡਰਲੀ ਰਜਿਸਟਰ ਹੋਈ ਸੀ, ਹਾਂ, ਐਜ਼ ਅ ਚੈਰਿਟੀ। ਚਲੋ ਇਹਦੀ ਬਾਅਦ ਵਿੱਚ ਕਰਦੇ ਹਾਂ ਗੱਲ, ਸ਼ੁਰੂ ਤੋਂ ਸ਼ੁਰੂ ਕਰੀਏ। ਹਾਂ, ਸ਼ੁਰੂ ਤੋਂ ਆਓ, ਕਿਉਂਕਿ ਕੱਲ੍ਹ ਪਾਰਲੀਮੈਂਟ ਦਾ ਸੈਸ਼ਨ ਤਾਂ ਸੀਗਾ ਹੀ, ਹਾਊਸ ਆਫ ਕਾਮਨਸ ਦਾ। ਉਹਦੇ ਨਾਲ ਨਾਲ ਫਾਈਨੈਂਸ ਕਮੇਟੀ ਦੀ ਜਿਹੜੀ ਹੀਅਰਿੰਗ ਚੱਲ ਰਹੀ ਹੈ ਉਹ ਵੀ ਸੀ। ਈਅਨ ਸ਼ੂਗਰਟ ਉਹਨਾਂ ਦੀ ਗੱਲ ਪੇਸ਼ੀ ਸੀ। ਪ੍ਰਿਵੀ ਕਾਉਂਸਲ ਦੇ ਜਿਹੜੇ ਕਲਰਕ ਨੇ, ਜਿਨ੍ਹਾਂ ਨੂੰ ਟਾਪ ਬਿਊਰੋਕਰੈਟ ਕਿਹਾ ਜਾਂਦਾ, ਈਅਨ ਸ਼ੂਗਰਟ, ਉਹਨਾਂ ਦੀ ਪੇਸ਼ੀ ਸੀ। ਸੋ ਵਿਜੇ ਉਹਨਾਂ ਨੇ ਇੱਕ ਗੱਲ ਕਹੀ, ਕਹਿੰਦੇ ਕਿ ਮੈਂ ਸੋਚ ਨਹੀਂ ਸਕਦਾ ਕੋਈ ਤਰੀਕਾ ਹੈ ਕਿ ਇਸ ਪ੍ਰੋਗਰਾਮ ਨੂੰ ਕਨਸੀਵ ਕੀਤਾ ਜਾਂਦਾ ਵਿਦਆਊਟ ਦ ਪਾਰਟੀਸਿਪੇਸ਼ਨ ਆਫ ਦ ਪ੍ਰਾਈਮ ਮਿਨਿਸਟਰ ਐਂਡ ਫਾਈਨੈਂਸ ਮਿਨਿਸਟਰ। ਹਾਂ, ਕਹਿੰਦੇ ਵੀ ਐਡਾ ਵੱਡਾ ਪ੍ਰੋਗਰਾਮ, ਇੰਨਾ ਮਹਿੰਗਾ ਪ੍ਰੋਗਰਾਮ, ਉਹਦੇ ਵਿੱਚ ਕਹਿੰਦੇ ਵਿੱਤ ਮੰਤਰੀ ਨਾ ਹੋਵੇ ਤੇ ਪ੍ਰਧਾਨ ਮੰਤਰੀ ਨਾ ਹੋਵੇ। ਕਹਿੰਦੇ ਇਹ ਗੱਲ, ਕਹਿੰਦੇ ਮੈਨੂੰ ਲੱਗਦਾ ਹੀ ਨਹੀਂ ਇੰਨਾ ਅਹਿਮ ਪ੍ਰੋਗਰਾਮ ਦੇ ਵਿੱਚ ਉਹ ਇਹ ਤੋਂ ਲਾਂਭੇ ਹੋ ਸਕਦੇ। ਉਹਨਾਂ ਨੇ ਕਿਹਾ ਕਿ ਪ੍ਰੋਗਰਾਮ ਨੂੰ ਜਦੋਂ ਅਸੀਂ ਘੜ ਰਹੇ ਸੀ, ਕਹਿੰਦੇ ਉਸ ਬਾਰੇ, ਇਸ ਪ੍ਰੋਗਰਾਮ ਦੀ ਡਿਵੈਲਪਮੈਂਟ ਬਾਰੇ ਜਸਟਿਨ ਟਰੂਡੋ ਨੂੰ ਬਰੀਫਿੰਗ ਜ਼ਰੂਰ ਦਿੱਤੀ ਗਈ, ਪਰ ਕਹਿੰਦੇ ਕਿ ਇੱਦਾਂ ਦਾ ਕੋਈ ਵੀ ਅਜੇ ਤੱਕ ਐਵੀਡੈਂਸ ਸਾਹਮਣੇ ਨਹੀਂ ਆਇਆ ਕਿ ਪ੍ਰਾਈਮ ਮਿਨਿਸਟਰਜ਼ ਆਫਿਸ ਨੇ ਵੀ ਚੈਰਿਟੀ ਨੂੰ ਕੰਟੈਕਟ ਕੀਤਾ ਹੋਵੇ ਜਾਂ ਪ੍ਰਾਈਮ ਮਿਨਿਸਟਰ ਨੇ ਆਪ ਵੀ ਚੈਰਿਟੀ ਨੂੰ ਇਸ ਪ੍ਰੋਗਰਾਮ ਦੀ ਡਿਵੈਲਪਮੈਂਟ ਦੇ ਦੌਰਾਨ ਕੰਟੈਕਟ ਕੀਤਾ ਹੋਵੇ। ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਦੋਂ ਡਿਊ ਡਿਲੀਜੈਂਸ ਕੀਤੀ ਜਾਂਦੀ ਹੈ ਕਿਸੇ ਵੀ ਥਰਡ ਪਾਰਟੀ ਨੂੰ ਕੰਟਰੈਕਟ ਦੇਣ ਤੋਂ ਪਹਿਲਾਂ, ਕਹਿੰਦੇ ਉਹ ਡਿਊ ਡਿਲੀਜੈਂਸ ਕੀਤੀ ਤਾਂ ਗਈ, ਪਰ ਉਹ ਕੀਤੀ ਗਈ ਕਿ ਕੀ ਇਹ ਜਿਹੜੀ ਸੰਸਥਾ ਹੈ ਵੀ ਐਜ਼ ਅ ਹੋਲ, ਹੁਣ ਤਾਂ ਵੀ ਚੈਰਿਟੀ ਵੀ ਨਹੀਂ ਕਹਿ ਸਕਦੇ ਕਿਉਂਕਿ ਉਹ ਵੀ ਚੈਰਿਟੀ ਫਾਊਂਡੇਸ਼ਨ ਹੋ ਗਿਆ। ਸੋ ਕਹਿੰਦੇ ਜਦੋਂ ਅਸੀਂ ਵੀ ਚੈਰਿਟੀ ਫਾਊਂਡੇਸ਼ਨ ਦੀ ਹੀ ਹੋਈ, ਫਿਰ ਕਹਿੰਦੇ ਜਦੋਂ ਅਸੀਂ ਡਿਊ ਡਿਲੀਜੈਂਸ ਕੀਤੀ, ਉਹ ਅਸੀਂ ਇਸ ਮਾਮਲੇ 'ਤੇ ਕੀਤੀ ਕਿ ਕੀ ਇਹ ਸੰਸਥਾ ਇਸ ਪੂਰੇ ਇੰਨੇ ਵੱਡੇ ਪ੍ਰੋਗਰਾਮ ਨੂੰ ਹੈਂਡਲ ਕਰ ਸਕਦੀ ਹੈ, ਉਹਨਾਂ ਦੀ ਕਪੈਸਿਟੀ ਹੈ ਇਸ ਨੂੰ ਹੈਂਡਲ ਕਰਨ ਦੀ ਕਿ ਨਹੀਂ। ਕਹਿੰਦੇ ਅਸੀਂ ਇਸ ਸੰਸਥਾ ਦੇ ਫਾਈਨੈਂਸ਼ੀਅਲਸ ਬਾਰੇ ਅਸੀਂ ਕੋਈ ਜਾਂਚ ਨਹੀਂ ਸੀ ਕੀਤੀ। ਹੁਣ ਦੇਖੋ, ਫਾਈਨੈਂਸ਼ੀਅਲਸ ਦੀ ਗੱਲ ਦੀ ਜਾਂਚ ਇਸ ਕਰਕੇ ਇੰਪੋਰਟੈਂਟ ਹੈ ਕਿ ਵੀ ਚੈਰਿਟੀ ਦੇ ਜਾਂ ਵੀ ਆਰਗੇਨਾਈਜੇਸ਼ਨ ਦੇ ਜਿਸ ਅੱਗੇ ਅਦਾਰੇ ਨੂੰ ਇਹ ਕੰਟਰੈਕਟ ਦਿੱਤਾ ਗਿਆ, ਉਹ ਜਿਵੇਂ ਆਪਾਂ ਹੁਣ ਗੱਲ ਕਰ ਹੀ ਚੁੱਕੇ ਹਾਂ ਵੀ ਉਹਦਾ ਹਜੇ ਕੋਈ ਸਟੈਂਡਿੰਗ ਜਾਂ ਰੈਕਡ ਐਡਾ ਵੱਡਾ ਹੈ ਹੀ ਨਹੀਂ। ਸੋ ਇੱਕ ਤਾਂ ਉਹ ਪਾਸਾ। ਦੂਜੀ ਗੱਲ ਇਹ ਹੈ ਕਿ ਜਿਹੜੀ ਪ੍ਰਪੋਜ਼ਲ, ਇਹਦੀ ਟਾਈਮਲਾਈਨ ਕੀ ਰਹੀ, ਇਹਨੂੰ ਲੈ ਕੇ ਨਾ ਹੁਣ ਨਵੀਆਂ ਗੱਲਾਂ, ਨਵੀਆਂ ਪਰਤਾਂ ਜੁੜਦੀਆਂ ਜਾ ਰਹੀਆਂ ਨੇ। ਕਿ ਸਭ ਤੋਂ ਪਹਿਲਾਂ ਜੀ ਇੱਕ ਪ੍ਰਪੋਜ਼ਲ ਭੇਜੀ ਗਈ ਸੀ 9 ਅਪ੍ਰੈਲ ਨੂੰ, ਜਿਹੜੀ ਕਿ ਡਿਫਰੈਂਟ ਕਿਸਮ ਦੀ ਪ੍ਰਪੋਜ਼ਲ ਸੀ। ਉਹ ਅਨਸੋਲਿਸਿਟਿਡ ਸੀ, ਭਾਵ ਕਿ ਨਾ ਤੇ ਸਰਕਾਰ ਨੇ ਕਿਹਾ ਸੀ ਵੀ ਆਰਗੇਨਾਈਜੇਸ਼ਨ ਨੂੰ ਵੀ ਲਿਆਓ ਜੀ ਕੋਈ ਪ੍ਰਪੋਜ਼ਲ ਇਹੋ ਜਿਹੀ, ਉਹਨਾਂ ਨੇ ਆਪਣੇ ਤੌਰ 'ਤੇ ਤਿਆਰ ਕਰਕੇ ਤੇ ਇਹਨਾਂ ਨੇ ਭੇਜਤੀ ਵੀ ਦੇਖ ਲਿਓ ਜੇ ਤੁਹਾਨੂੰ ਕਥਿਤ ਤੌਰ 'ਤੇ। ਹਾਂ, ਇਹ ਬਹੁਤ ਇੰਪੋਰਟੈਂਟ ਆ। ਅੱਛਾ, ਉਹਦੇ ਵਿੱਚੋਂ ਗੱਲ ਕੀ ਨਿਕਲੀ ਵੀ ਆਰਗੇਨਾਈਜੇਸ਼ਨ ਕੀ ਐਜ਼ ਅ ਲੌਬਿਸਟ ਰਜਿਸਟਰਡ ਹੈ, ਕਿਉਂਕਿ ਇੱਦਾਂ ਨਹੀਂ ਨਾ ਹੈਗਾ ਕਿ ਜੇ ਸਾਡੀ ਕੋਈ ਆਰਗੇਨਾਈਜੇਸ਼ਨ ਹੋਵੇ, ਤੁਸੀਂ ਕਹੋ ਜੀ ਅਸੀਂ ਪ੍ਰਪੋਜ਼ ਕਰਦੇ ਹਾਂ, ਆ ਲਓ ਵੀ ਤੁਸੀਂ ਐਂ ਕਰ ਲਓ। ਆਰ ਯੂ ਅ ਲੌਬਿੰਗ ਆਰਗੇਨਾਈਜੇਸ਼ਨ, ਆਰ ਯੂ ਰਜਿਸਟਰਡ ਐਜ਼ ਅ ਲੌਬਿੰਗ ਆਰਗੇਨਾਈਜੇਸ਼ਨ? ਕਿਉਂਕਿ ਉਹ ਤੋਂ ਬਗੈਰ ਜੇ ਤੁਸੀਂ ਸਿੱਧੇ ਇੱਦਾਂ ਅਨਸੋਲਿਸਿਟਿਡ ਕੋਈ ਚੀਜ਼ ਭੇਜਦੇ ਹੋ ਤੇ ਤੁਹਾਨੂੰ ਫੇਵਰ ਦੇ ਵਿੱਚ ਉਹ ਕੰਟਰੈਕਟ ਮਿਲ ਜਾਂਦਾ, ਅਤੇ ਉਹ ਵੀ ਐਡਾ ਵੱਡਾ ਕੰਟਰੈਕਟ, ਅਤੇ ਉਹਦੇ ਵਿੱਚ ਆਪਣੇ ਆਪ ਦੇ ਵਿੱਚ ਸਵਾਲੀਆ ਨਿਸ਼ਾਨ ਉੱਠਦੇ ਨੇ। ਸੋ 9 ਅਪ੍ਰੈਲ ਨੂੰ ਪਹਿਲਾਂ ਪ੍ਰਪੋਜ਼ਲ ਭੇਜੀ ਗਈ। ਹੁਣ ਇਹ ਗੱਲ ਕੱਲ੍ਹ ਇਹਦੀ ਪੁਸ਼ਟੀ ਹੋਈ ਹੈ ਕਿ ਉਦੋਂ ਹੀ ਇਸ ਪ੍ਰਪੋਜ਼ਲ ਨੂੰ ਫਾਈਨੈਂਸ ਮਿਨਿਸਟਰ ਦੇ ਆਫਿਸ 'ਚ ਵੀ ਭੇਜਿਆ ਗਿਆ ਸੀ। ਸੋ ਵਿਜੇ, ਪਿਛਲੇ ਹਫ਼ਤੇ ਬਰਦੀਸ਼ ਚੱਗਰ ਦੀ ਜਦੋਂ ਫਾਈਨੈਂਸ ਕਮੇਟੀ ਦੇ ਸਾਹਮਣੇ ਪੇਸ਼ੀ ਹੋਈ ਸੀ, ਉਦੋਂ ਉਹਨਾਂ ਨੇ ਗੱਲ ਸਾਫ਼ ਕੀਤੀ ਸੀ ਕਿ 9 ਅਪ੍ਰੈਲ ਨੂੰ ਵੀ ਚੈਰਿਟੀ ਵੱਲੋਂ ਇੱਕ ਪ੍ਰਪੋਜ਼ਲ ਆਇਆ। ਕਿਹਨੂੰ ਆਇਆ? ਉਹਨਾਂ ਨੇ ਕਿਹਾ ਯੂਥ ਮਿਨਿਸਟਰ, ਉਹਨਾਂ ਨੂੰ ਖੁਦ, ਹਾਂ, ਤੇ ਇੱਕ ਸਮਾਲ ਬਿਜ਼ਨਸ ਦੇ ਮਿਨਿਸਟਰ ਨੇ ਜਿਹੜੇ ਮੈਰੀਐਂਗ, ਹਾਂ, ਉਹਨਾਂ ਨੂੰ ਆਇਆ ਸੀ। ਸੋ ਉਹਨਾਂ ਨੇ ਫਾਈਨੈਂਸ ਮਿਨਿਸਟਰੀ ਦਾ ਕੋਈ ਜ਼ਿਕਰ ਨਹੀਂ ਕੀਤਾ ਇਹਦੇ ਵਿੱਚ। ਪਰ ਹੁਣ ਬਿਲ ਮੋਰਨੋ ਦੇ ਆਫਿਸ ਨੇ ਇਹ ਗੱਲ ਕਨਫਰਮ ਕੀਤੀ ਹੈ, ਕੱਲ੍ਹ ਕੀਤੀ ਹੈ ਸ਼ਾਮ ਨੂੰ, ਤੇ ਉਹਨਾਂ ਨੇ ਇੱਕ ਮੀਡੀਆ ਅਦਾਰੇ ਨੂੰ ਕੀਤੀ ਹੈ। ਉਹਨਾਂ ਨੇ ਕਿਹਾ ਇੱਕ ਪ੍ਰਪੋਜ਼ਲ ਨਹੀਂ, 2 ਪ੍ਰਪੋਜ਼ਲ ਆਏ ਸੀ। ਤੇ ਪਹਿਲਾ ਜਿਹੜਾ ਪ੍ਰਪੋਜ਼ਲ 9 ਅਪ੍ਰੈਲ ਵਾਲਾ, ਜਿਹਦੀ ਤੁਸੀਂ ਜ਼ਿਕਰ ਕੀਤਾ ਹੀ ਹੈ, ਦੂਸਰਾ ਪ੍ਰਪੋਜ਼ਲ ਵਿਜੇ, ਉਹਦੀ ਟਾਈਮਿੰਗ ਬਹੁਤ ਇੰਪੋਰਟੈਂਟ ਹੈ। ਸੋ 22 ਅਪ੍ਰੈਲ ਨੂੰ ਇਹ ਪ੍ਰੋਗਰਾਮ ਅਨਾਊਂਸ ਕੀਤਾ ਗਿਆ ਸੀ। 22 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਪ੍ਰੋਗਰਾਮ ਅਨਾਊਂਸ ਕਰਦੇ ਨੇ।
ਉਸ ਤੋਂ ਇੱਕ ਦਿਨ ਪਹਿਲਾਂ 21 ਅਪ੍ਰੈਲ ਨੂੰ ਇੱਕ ਪ੍ਰਪੋਜ਼ਲ ਪੇਸ਼ ਕੀਤਾ ਜਾਂਦਾ ਹੈ ਵੀ ਚੈਰਿਟੀ ਵੱਲੋਂ ਫਾਈਨੈਂਸ ਮਿਨਿਸਟਰੀ ਨੂੰ। ਉਹਦਾ ਨਾਮ ਦੇਖੋ, ਜਿਹੜਾ ਪਹਿਲਾ ਪ੍ਰਪੋਜ਼ਲ ਸੀ ਉਹ ਸੀ ਸਟੂਡੈਂਟ ਐਂਟਰਪ੍ਰੀਨਿਓਰਸ਼ਿਪ ਦੇ ਨਾਲ ਰਿਲੇਟਡ ਜੀ। ਇਸ ਪ੍ਰੋਗਰਾਮ ਦੇ ਵਿੱਚ ਸਟੂਡੈਂਟ ਸਰਵਿਸ ਵੀ ਪਾਇਆ ਗਿਆ ਵਰਡ ਨਾਲ, ਐਂਡ ਐਂਟਰਪ੍ਰੀਨਿਓਰਸ਼ਿਪ ਨਾਲ ਰਿਲੇਟਡ ਸੀਗਾ। ਸੋ ਦੇयर ਵਾਸ ਕਲੀਅਰਲੀ ਸਮ ਓਵਰਲੈਪ। ਅੱਛਾ, ਹੁਣ ਥੋੜਾ ਜਿਹਾ ਇੱਕ ਕਦਮ ਹੋਰ ਪਿੱਛੇ ਚੱਲੀਏ। ਜਦੋਂ ਪਿਛਲੇ ਹਫਤੇ ਰੇਚਲ ਵਾਰਨਿਕ ਨੇ ਉਹਨਾਂ ਨੇ ਬਿਆਨ ਦਿੱਤੇ ਸੀ, ਹਾਂਜੀ, ਉਹਨਾਂ ਨੇ ਕਿਹਾ ਕਿ ਮੈਂ 19 ਅਪ੍ਰੈਲ ਨੂੰ ਕ੍ਰੇਗ ਕੇਲਬਰਗਰ ਜਿਹੜੇ ਕਿ ਕੋ ਫਾਊਂਡਰ ਨੇ ਵੀ ਚੈਰਿਟੀ ਦੇ, ਉਹਨਾਂ ਨੂੰ ਮੈਂ ਕਾਲ ਕੀਤੀ ਸੀ ਅਤੇ ਕਹਿੰਦੇ ਉਸ ਵੇਲੇ ਮੈਨੂੰ ਪਤਾ ਲੱਗਿਆ ਸੀ ਵੀ ਅੱਛਾ ਉਹ 9 ਅਪ੍ਰੈਲ ਨੂੰ ਆਲਰੇਡੀ ਕੋਈ ਪ੍ਰਪੋਜ਼ਲ ਭੇਜ ਚੁੱਕੇ ਸੀ। ਕਹਿੰਦੇ ਮੈਨੂੰ ਨਹੀਂ ਸੀ ਪਤਾ, ਪਹਿਲਾਂ ਨਹੀਂ ਸੀ ਪਤਾ। ਇਸੇ ਗੱਲ ਦੀ ਪੁਸ਼ਟੀ ਕੱਲ੍ਹ ਈਐਨ ਸ਼ੂਗਰਟ ਨੇ ਵੀ ਕੀਤੀ। ਕਹਿੰਦੇ ਵੀ ਸਾਨੂੰ ਨਹੀਂ ਸੀ ਪਤਾ 19 ਅਪ੍ਰੈਲ ਤੱਕ ਕਿ ਵੀ ਚੈਰਿਟੀ ਵੱਲੋਂ ਪਹਿਲਾਂ ਹੀ 9 ਅਪ੍ਰੈਲ ਨੂੰ ਅਪਰੋਚ ਕੀਤਾ ਜਾ ਚੁੱਕਾ। ਉਦੋਂ ਤੱਕ ਵੀ 2 ਮਿਨਿਸਟਰਾਂ ਦੀ ਗੱਲ ਸੀ, ਪਰ ਹੁਣੇ ਕੱਲ੍ਹ ਪਤਾ ਲੱਗਿਆ ਵੀ ਇਹ 3 ਮਿਨਿਸਟਰ ਸੀ, ਕਿਉਂਕਿ ਫਾਈਨੈਂਸ ਮਿਨਿਸਟਰੀ ਨੂੰ ਵੀ ਭੇਜੀ ਗਈ। ਫਿਰ ਉਸ ਤੋਂ ਬਾਅਦ 21 ਅਪ੍ਰੈਲ ਨੂੰ ਵੀ ਚੈਰਿਟੀ ਨੇ ਆ ਜਿਹੜੀ ਪ੍ਰਪੋਜ਼ਲ ਫਾਈਨੈਂਸ ਮਿਨਿਸਟਰ ਨੂੰ ਤੇ ਭੇਜੀ। ਉਸ ਤੋਂ ਪਹਿਲਾਂ 19 ਨੂੰ ਆਈ ਇਹ ਪ੍ਰਪੋਜ਼ਲ, 19 ਨੂੰ ਗੱਲ ਹੋਈ ਰੇਚਲ ਵਾਰਨਿਕ ਦੀ ਵੀ ਦੇ ਕੋ ਫਾਊਂਡਰ ਨਾਲ। ਉਹ ਤੋਂ ਵੀ 2 ਦਿਨ ਪਿੱਛੇ ਚੱਲੀਏ, 17 ਅਪ੍ਰੈਲ ਨੂੰ ਵੀ ਚੈਰਿਟੀ ਦੇ ਕੋ ਫਾਊਂਡਰ ਕ੍ਰੇਗ ਕੇਲਬਰਗਰ ਦੀ ਹੀ ਗੱਲ ਹੁੰਦੀ ਆ ਬਰਦੀਸ਼ ਚੱਗੜ ਦੇ ਆਫਿਸ ਨਾਲ, ਬਰਦੀਸ਼ ਚੱਗੜ ਦੇ ਨਾਲ ਐਕਚੁਅਲੀ ਵਿਦ ਹਰਸੈਲਫ। ਅਤੇ ਸੋ 17 ਨੂੰ ਉਹ ਗੱਲ ਹੋਈ, 19 ਨੂੰ ਪਬਲਿਕ ਸਰਵਿਸ ਵੱਲੋਂ ਕਾਲ ਜਾਂਦੀ ਹੈ, 21 ਤਰੀਕ ਨੂੰ ਫਾਈਨੈਂਸ ਮਿਨਿਸਟਰ ਨੂੰ ਨਵੀਂ ਪ੍ਰਪੋਜ਼ਲ ਆਉਂਦੀ ਆ, 22 ਤਰੀਕ ਨੂੰ ਪ੍ਰੋਗਰਾਮ ਅਨਾਊਂਸ ਹੋ ਜਾਂਦਾ। 22 ਅਪ੍ਰੈਲ ਦਾ ਅਨਾਊਂਸ ਕੀਤਾ ਪ੍ਰੋਗਰਾਮ, ਕੰਟਰੈਕਟ ਅਵਾਰਡ ਹੁੰਦਾ ਜਾ ਕੇ 25 ਜੂਨ ਨੂੰ। ਹੁਣ ਗੱਲ ਦੇਖੋ, ਸਾਰਾ ਦਾ ਸਾਰਾ ਮੁੱਦਾ ਖੜਾ ਕਿੱਥੇ ਆ ਵੀ ਕੀ ਇਹ ਪਬਲਿਕ ਸਰਵਿਸ ਨੇ ਰეკਮੈਂਡ ਕੀਤਾ ਸੀ? ਪਰ ਹੁਣ ਕਹਿੰਦੇ ਸੰਕੇਤ ਇੱਧਰ ਨੂੰ ਜਾ ਰਹੇ ਨੇ ਵੀ ਜੇ ਪ੍ਰਪੋਜ਼ਲਾਂ ਪਹਿਲਾਂ ਹੀ ਵੀ ਚੈਰਿਟੀ ਵੱਲੋਂ ਤਿਆਰ ਕਰਕੇ ਭੇਜੀਆਂ ਜਾ ਰਹੀਆਂ ਸੀ ਵੱਖੋ ਵੱਖਰੇ ਮਿਨਿਸਟਰਸ ਨੂੰ, ਤਾਂ ਕੀ ਇਹ ਆਈਡੀਆ ਵੀ ਚੈਰਿਟੀ ਵੱਲੋਂ ਸ਼ੁਰੂ ਕਰਕੇ ਮਿਨਿਸਟਰਸ ਨੂੰ ਇਸ ਹਿਸਾਬ ਨਾਲ ਪ੍ਰਭਾਵਿਤ ਕੀਤਾ ਗਿਆ ਕਿ ਇਸ ਤਰ੍ਹਾਂ ਦਾ ਪ੍ਰੋਗਰਾਮ ਲਿਆਂਦਾ ਜਾਵੇ? 1 ਔਰ ਇਹ ਪ੍ਰੋਗਰਾਮ ਪਹਿਲਾਂ ਹੀ ਕਿਸੇ ਮੰਤਰੀ ਮੰਡਲ ਦੇ ਵਿੱਚ ਕਥਿਤ ਤੌਰ 'ਤੇ ਵੀ ਪਹਿਲਾਂ ਇਸ ਨੂੰ ਇਹ ਆਈਡੀਆ ਜਨਰੇਟ ਕਰ ਲਿਆ ਗਿਆ ਅਤੇ ਫਿਰ ਵੀ ਚੈਰਿਟੀ ਨੂੰ ਕਿਹਾ ਗਿਆ ਵੀ ਇਸ ਤਰ੍ਹਾਂ ਦਾ ਕੋਈ ਖਾਕਾ ਬਣਾ ਕੇ ਭੇਜੋ ਵੀ ਅਸੀਂ ਸਿੱਧਾ ਤੁਹਾਨੂੰ ਇਹ ਕੰਟਰੈਕਟ ਦੇ ਸਕੀਏ। ਚਲੋ ਮੰਨ ਲਈਏ ਇਹਦੇ ਵਿੱਚ ਕੋਈ ਫਾਊਲ ਪਲੇ ਨਹੀਂ ਹੈਗਾ, ਮੰਨ ਲਈਏ ਕਿ ਇਸ ਸੰਸਥਾ ਨੇ 21 ਅਪ੍ਰੈਲ ਨੂੰ ਇੱਕ ਕੋਇਨਸੀਡੈਂਸ ਹੋ ਗਿਆ ਕਿ ਉਹਨਾਂ ਨੇ ਜੀ ਇੱਕ ਪ੍ਰਪੋਜ਼ਲ ਭੇਜਿਆ ਸੀ। ਇਤਫਾਕ ਹੈ। ਵੱਡੀ ਗੱਲ ਵਿਜੇ ਇਹ ਹੈ ਕਿ ਸਰਕਾਰ ਜਦੋਂ ਕਹਿੰਦੀ ਹੈ ਕਿ ਅਸੀਂ ਬਿਲਕੁਲ ਟਰਾਂਸਪੇਰੈਂਸੀ ਦੇ ਹੱਕ ਵਿੱਚ ਹੈਗੇ ਹਾਂ, ਅਸੀਂ ਬਿਲਕੁਲ ਸਾਫ਼ ਸੁਥਰੇ ਹਾਂ, ਕੋਈ ਸਾਡੇ ਫਾਊਲ ਪਲੇ ਨਹੀਂ ਹੋ ਰਿਹਾ, ਤਾਂ ਫਿਰ ਇੱਦਾਂ ਕਿਉਂ ਹੈ ਕਿ ਮੀਡੀਆ ਅਦਾਰੇ ਨੂੰ ਸਵਾਲ ਪੁੱਛਣਾ ਪੈਂਦਾ ਤੇ ਉਹਦੇ ਜਵਾਬ ਦੇ ਵਿੱਚ ਰਿਪਲਾਈ ਆਉਂਦੀ ਹੈ? ਫਿਰ ਪਤਾ ਲੱਗਦਾ ਪਹਿਲਾਂ ਹੀ ਕਿਉਂ ਨਹੀਂ ਦੱਸਿਆ ਜਾਂਦਾ ਕਿ 2 ਪ੍ਰਪੋਜ਼ਲ ਆਏ ਸੀ? ਫਾਈਨੈਂਸ ਮਿਨਿਸਟਰੀ ਆਪਣੇ ਆਪ ਹੀ ਕਿਉਂ ਨਹੀਂ ਦੱਸਦੀ? ਜਦੋਂ ਐਥਿਕਸ ਕਮਿਸ਼ਨਰ ਦੀ ਇਨਕੁਆਇਰੀ ਚੱਲ ਰਹੀ ਹੈ, ਐਥਿਕਸ ਕਮੇਟੀ ਦੀ ਇਨਕੁਆਇਰੀ ਚੱਲ ਰਹੀ ਹੈ, ਫਾਈਨੈਂਸ ਕਮੇਟੀ ਦੀ ਇਨਕੁਆਇਰੀ ਚੱਲ ਰਹੀ ਹੈ, ਆਪਰੇਸ਼ਨਸ ਕਮੇਟੀ ਦੀ ਵੀ ਇੱਕ ਤੀਜੀ ਕਮੇਟੀ ਹੈ ਉਹ ਵੀ ਇਨਕੁਆਇਰੀ ਕਰ ਰਹੀ ਹੈ, ਉਹਦੀ ਬਹੁਤੀ ਗੱਲ ਵੀ ਨਹੀਂ ਹੋ ਰਹੀ। ਸੋ 4 ਵੱਖਰੀਆਂ ਥਾਵਾਂ ਤੇ ਇਨਕੁਆਇਰੀ ਚੱਲ ਰਹੀ ਹੈ। ਅੱਛਾ, ਪ੍ਰਾਈਮ ਮਿਨਿਸਟਰ ਦੀ ਵੀ ਚੱਲ ਰਹੀ ਹੈ, ਨਾਲੇ ਫਾਈਨੈਂਸ ਮਿਨਿਸਟਰ ਦੀ ਵੀ ਚੱਲ ਰਹੀ ਹੈ ਐਥਿਕਸ ਇਨਕੁਆਇਰੀ। ਅੱਛਾ, ਐਂਡ ਇਨਸੀਡੈਂਟਲੀ ਕਿ ਫਾਈਨੈਂਸ ਮਿਨਿਸਟਰ ਦੇ ਦਫ਼ਤਰ ਨੂੰ ਇਹ ਪ੍ਰਪੋਜ਼ਲ, ਜਿਹੜੀ ਪਹਿਲੀ ਪ੍ਰਪੋਜ਼ਲ ਸੀ ਉਹ 9 ਅਪ੍ਰੈਲ ਨੂੰ ਆਈ ਅਤੇ ਫਿਰ 21 ਅਪ੍ਰੈਲ ਨੂੰ ਵੀ ਇੱਕ ਪ੍ਰਪੋਜ਼ਲ ਭੇਜੀ ਗਈ ਵਿਚ ਵਾਜ਼ ਮੋਰ ਇਨ ਲਾਈਨ ਵਿਦ ਦ ਕਰੰਟ ਪ੍ਰੋਗਰਾਮ। ਇਹਦਾ ਖੁਲਾਸਾ ਉਦੋਂ ਹੁੰਦਾ ਜਦੋਂ ਕਿ ਇੱਕ ਮੀਡੀਆ ਅਦਾਰਾ ਸਵਾਲ ਪੁੱਛਦਾ। ਦੂਜੀ ਗੱਲ ਕਿ ਅੱਜ ਫਾਈਨੈਂਸ ਮਿਨਿਸਟਰ ਦੀ ਫਾਈਨੈਂਸ ਕਮੇਟੀ ਦੇ ਮੂਹਰੇ ਪੇਸ਼ੀ ਆ ਵੀ ਇਹ ਤੋਂ ਪਹਿਲਾਂ ਵੀ ਉੱਥੇ ਜੇ ਇਹ ਸਵਾਲ ਨਿਕਲੇ ਵੀ ਪਹਿਲਾਂ ਹੀ ਇਸ ਗੱਲ ਨੂੰ ਤਸਦੀਕ ਕਰ ਲਓ। ਸੋ ਦੇਰ ਆਰ ਸੋ ਮੈਨੀ ਮੂਵਿੰਗ ਪੀਸਿਸ, ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੇ ਜਿਹਦੇ ਵਿੱਚੋਂ ਪਾਰਦਰਸ਼ਤਾ ਵਾਲੀ ਗੱਲ ਹੈ ਨਾ, ਪਾਰਦਰਸ਼ਤਾ ਦੇ ਉੱਪਰ ਜ਼ਰੂਰ ਸਵਾਲ ਲੱਗ ਜਾਂਦਾ ਵੀ ਪਾਰਦਰਸ਼ਤਾ ਤੇ ਹੈ ਨਹੀਂ। ਕੱਲ੍ਹ ਸਿੱਧੇ ਤੌਰ 'ਤੇ ਜਦੋਂ ਪਾਰਲੀਮੈਂਟ ਦੇ ਵਿੱਚ ਗੱਲ ਹੋ ਰਹੀ ਸੀ, ਐਂਡਰਿਊ ਸ਼ੀਅਰ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਵੀ ਇਹਦੇ ਵਿੱਚੋਂ ਕਰਪਸ਼ਨ ਦੀ ਸਿੱਧੀ ਜਿਹੜੇ ਸੰਕੇਤ ਮਿਲਦੇ ਨੇ ਵੀ ਤੁਸੀਂ ਜਿਹੜੇ ਆਪਣੇ ਬਾਕੀ ਦੇ ਮੰਤਰੀ ਨੇ ਉਹਨਾਂ ਦੇ ਪਿੱਛੇ ਤੁਸੀਂ ਲੁਕਣ ਦੀ ਕੋਸ਼ਿਸ਼ ਕਰ ਰਹੇ ਹੋ, ਤੁਸੀਂ ਫਾਈਨੈਂਸ ਕਮੇਟੀ ਦੇ ਮੂਹਰੇ ਜਾ ਕੇ ਪੇਸ਼ ਹੋ, ਉੱਥੇ ਗੱਲ ਕਰੋ। ਉਹਦੇ ਬਾਰੇ ਜਸਟਿਨ ਟਰੂਡੋ ਨੇ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਵੀ ਜਾਣਗੇ ਕਿ ਨਹੀਂ। ਸੋ ਕੱਲ੍ਹ ਵਿਜੇ ਐਂਡਰੂ ਸ਼ੀਅਰ ਨੇ ਸਿੱਧੇ ਤੌਰ 'ਤੇ ਕਹਿ ਦਿੱਤਾ, ਕਹਿੰਦੇ ਕਿ ਇਟ ਇਜ਼ ਵੈਰੀ ਅਨਫੋਰਚੂਨੇਟ ਦੈਟ ਦ ਪ੍ਰਾਈਮ ਮਿਨਿਸਟਰ ਇਜ਼ ਯੂਜ਼ਿੰਗ ਦਿਸ ਪੈਂਡੈਮਿਕ ਫॉर, ਆਈ ਐਮ ਕੋਟਿੰਗ, his corruption। ਆ ਜਿਹੜਾ ਸ਼ਬਦ ਯੂਜ਼ ਕਰਨਾ for the prime minister in House of Commons, ਬਹੁਤ ਵੱਡੀ ਗੱਲ ਹੈ। and in the Canadian parliamentary context, ਇੱਥੇ ਕਰਪਸ਼ਨ ਜਿਹੜਾ ਸ਼ਬਦ ਹੈ ਇਹ ਐਵੇਂ ਹੀ ਨਹੀਂ ਇਸਤੇਮਾਲ ਕਰ ਲਿਆ ਜਾਂਦਾ। his corruption ਉਹਨਾਂ ਦੀ ਪਰਸਨਲ ਆਪਣੀ ਕਰਪਸ਼ਨ ਹੈ ਤੇ ਇਹ ਬਹੁਤ ਵੱਡਾ ਆਰੋਪ ਹੈ। ਪਰ ਜਸਟਿਨ ਟਰੂਡੋ ਹੀ ਸਟਕ ਟੂ the importance of this program। ਉਹਨਾਂ ਨੇ ਕਿਹਾ ਵੀ ਇਹ ਪ੍ਰੋਗਰਾਮ ਤੇ ਹੀ ਉਹਨਾਂ ਨੇ ਗੱਲ ਕੀਤੀ, ਉਹਨਾਂ ਕੋਈ ਨਵੀਂ ਗੱਲ ਨਹੀਂ ਕੀਤੀ। ਕਹਿੰਦੇ ਪ੍ਰੋਗਰਾਮ ਬਹੁਤ ਜ਼ਰੂਰੀ ਸੀ ਤੇ ਇਸ ਕਰਕੇ ਅਸੀਂ ਕਹਿੰਦੇ ਪ੍ਰੋਗਰਾਮ, ਉਹਨਾਂ ਨੇ ਸਾਰੀ ਪ੍ਰੋਗਰਾਮ ਬਾਰੇ ਹਾਈਲਾਈਟਸ ਹੀ ਦੱਸੀਆਂ ਵੀ ਸਟੂਡੈਂਟਸ ਤੱਕ ਅਸੀਂ ਮਦਦ ਪਹੁੰਚਾਉਣੀ ਸੀ। ਇਟ ਵਾਜ਼ ਨਥਿੰਗ ਆਊਟ ਆਫ ਦ ਆਰਡੀਨਰੀ। ਤੇ ਉਸ ਤੋਂ ਬਾਅਦ ਵਿਜੇ ਉਹਨਾਂ ਨੇ ਜਿਹੜੀ ਵੱਡੀ ਗੱਲ ਇਹ ਹੈ ਕਿ ਦੱਸਿਆ ਨਹੀਂ ਕਿ ਫਾਈਨੈਂਸ ਕਮੇਟੀ ਦੇ ਸਾਹਮਣੇ ਪੇਸ਼ ਹੋਣਗੇ ਕਿ ਨਹੀਂ ਹੋਣਗੇ, ਜੇ ਹੋਣਗੇ ਤਾਂ ਕਦੋਂ ਹੋਣਗੇ।
ਤੇ ਅੱਜ ਜਿਹੜੀ ਵਿਜੇ ਬਿਲ ਮੋਰਨੋ ਦੀ ਪੇਸ਼ੀ ਹੋਣੀ ਹੈ। ਬਿਲ ਮੋਰਨੋ ਵੀ ਤੇ ਇੱਕ ਸੀਨੀਅਰ ਅਧਿਕਾਰੀ ਹੋਰ ਵੀ ਹੈਗੇ ਨੇ ਮਿਨਿਸਟਰੀ ਦੇ, ਜਿਨ੍ਹਾਂ ਨੇ ਕਿ ਉੱਥੇ ਉਹਨਾਂ ਦੀ ਵੀ ਪੇਸ਼ੀ ਹੋਣੀ ਆ। ਵਿਜੇ ਮਿਸ਼ੇਲ ਕੋਵਾਚੇਵਿਕ, ਉਹਨਾਂ ਦੀ ਹੋਣੀ ਆ। ਉਹ ਫਾਈਨੈਂਸ ਕੈਨੇਡਾ ਦੇ ਡੈਪੂਟੀ ਮਿਨਿਸਟਰ ਨੇ। ਸੋ ਸਭ ਤੋਂ ਵੱਡੀ ਗੱਲ ਹੈ ਕਿ ਜਸਟਿਨ ਟਰੂਡੋ, ਜਦੋਂ ਵਿਜੇ ਸਾਹਮਣੇ ਆਈ ਸੀ ਗੱਲ ਕਿ ਉਹਨਾਂ ਦੇ ਪਰਿਵਾਰ ਨੂੰ ਵੀ ਚੈਰਿਟੀ ਵੱਲੋਂ ਭੁਗਤਾਨ ਹੋਇਆ ਫॉर ਸਪੀਕਿੰਗ ਇੰਗੇਜਮੈਂਟਸ ਫॉर ਮਦਰ ਐਂਡ ਬ੍ਰਦਰ, ਤੇ ਉਹਨਾਂ ਦੇ ਵਾਈਫ ਤੇ ਵੈਸੇ ਐਂਬੈਸਡਰ ਨੇ। ਉਦੋਂ ਜਸਟਿਨ ਟਰੂਡੋ ਇਹ ਕਹਿ ਕੇ ਉਲਾਂਭੇ ਹੋ ਗਏ ਸੀ ਕਿ ਵੀ ਮੈਨੂੰ ਪਤਾ ਨਹੀਂ ਸੀ ਐਗਜ਼ੈਕਟਲੀ ਵੀ ਕਿੰਨੇ ਪੈਸੇ ਉੱਥੋਂ ਮਿਲੇ ਨੇ। ਹਾਂ, ਰਾਈਟ। ਉਹ ਕਹਿੰਦੇ ਉਹ ਵੈਸੇ ਵੀ ਪ੍ਰੋਫੈਸ਼ਨਲ ਸਪੀਕਰਸ ਨੇ, ਅਦਰਵਾਈਜ਼ ਉਹ ਕਰਦੇ ਨੇ ਇਹ ਕੰਮ। ਪਰ ਹੁਣ ਜਦੋਂ ਬਿਲ ਮੋਰਨੋ ਦੀ ਪੇਸ਼ੀ ਹੋਣੀ ਆ, ਉਹਨਾਂ ਦੀ ਬੇਟੀ ਵਿਜੇ ਉੱਥੇ EMPLOYE ਆ। ਸੋ ਉਹਨਾਂ ਦੀ ਇੱਕ ਬੇਟੀ ਪਹਿਲਾਂ ਵੋਲੰਟੀਅਰ ਕਰਦੀ ਰਹੀ, ਇੱਕ ਬੇਟੀ ਪੇਡ EMPLOYE ਹੈ ਮੀ ਟੂ ਵੀ ਆਰਗੇਨਾਈਜੇਸ਼ਨ, ਜਿਹੜੀ ਉਹਨਾਂ ਦੀ ਬ੍ਰਾਂਚ ਹੈ ਫॉर ਪ੍ਰੋਫਿਟ ਵਾਲੀ। ਐਗਜ਼ੈਕਟਲੀ। ਸੋ ਜਿਹੜੀ ਵੋਲੰਟੀਅਰ ਕਰਦੀ ਹੈ ਬੇਟੀ, ਮੇਬੀ ਉਹਦਾ ਕਹਿ ਦੇਣ ਮੈਨੂੰ ਨਹੀਂ ਪਤਾ ਸੀ, ਪਰ ਜਿਹੜੀ ਬੇਟੀ EMPLOYE ਆ, ਕੋਈ ਫਾਦਰ ਇਹ ਨਹੀਂ ਕਹਿ ਸਕਦਾ ਮੈਨੂੰ ਨਹੀਂ ਪਤਾ ਮੇਰੀ ਬੇਟੀ ਕੰਮ ਕਿੱਥੇ ਕਰਦੀ ਆ। ਤੇ ਉਹ ਹੁਣ ਕੀ ਕਹਿਣਗੇ ਵੀ ਜੇ ਤੁਹਾਨੂੰ ਪਤਾ ਸੀ ਤੁਹਾਡੀ ਬੇਟੀ ਉੱਥੋਂ ਫਾਈਨੈਂਸ਼ੀਅਲ ਉਹਨੂੰ ਉੱਥੋਂ ਕੋਈ ਬੈਨੀਫਿਟ ਮਿਲ ਰਿਹਾ ਹੈ, ਤੁਸੀਂ ਫਿਰ ਆਪਣੇ ਆਪ ਨੂੰ ਫਿਰ ਅਕਿਊਜ਼ ਕਿਉਂ ਨਹੀਂ ਕੀਤਾ? ਸੋ ਅੱਜ ਜਿਹੜੀ ਇਹਦੇ ਬਾਰੇ ਗੱਲਬਾਤ ਹੋਣੀ ਆ, ਉਹਦੇ ਵਿੱਚ ਕਾਫੀ ਜ਼ਿਆਦਾ ਬਹਿਸ ਬਸਈਆ ਤੇ ਤਿੱਖੀ ਗੱਲਬਾਤ ਹੋਣ ਦੇ ਪੂਰੇ ਚਾਂਸਿਸ ਨੇ, ਕਿਉਂਕਿ ਇਹ ਨਾ ਭੁੱਲੀਏ ਕਿ ਹੁਣ ਜੋ ਫਾਈਨੈਂਸ ਮਿਨਿਸਟਰ ਦਾ ਜਾਣਾ, ਪਹਿਲਾਂ ਦੇਖੋ ਬਰਦੀਸ਼ ਚੱਗੜ ਉਹ ਵੀ ਕੈਬਨਿਟ ਮਿਨਿਸਟਰ ਨੇ, ਉਹਨਾਂ ਦੀ ਪੇਸ਼ੀ ਹੋ ਚੁੱਕੀ ਆ, ਪਰ ਫਾਈਨੈਂਸ ਮਿਨਿਸਟਰ ਦਾ ਜਾਣਾ ਇਹ ਬਹੁਤ ਇੰਪੋਰਟੈਂਟ ਇੱਕ ਇਹਦੇ ਵਿੱਚ ਡਿਵੈਲਪਮੈਂਟ ਆ। ਅਤੇ ਜਿਹੜੇ ਹਾਈ ਪ੍ਰੋਫਾਈਲ ਮਿਨਿਸਟਰ ਦੀ ਇਸ ਤਰ੍ਹਾਂ ਪੇਸ਼ੀ ਹੋਣੀ, ਫਾਈਨੈਂਸ ਮਿਨਿਸਟਰ ਦੀ ਪੇਸ਼ੀ ਫਾਈਨੈਂਸ ਕਮੇਟੀ ਦੇ ਮੂਹਰੇ ਆ। ਤੇ ਵਿਜੇ ਜਿਹੜੀ ਅਸੀਂ ਗੱਲ ਕੀਤੀ ਸੀ ਟਰਾਂਸਪੇਰੈਂਸੀ ਦੀ, ਕਿ ਸਰਕਾਰ ਆਪ ਕਿਉਂ ਨਹੀਂ ਟਰਾਂਸਪੇਰੈਂਟਲੀ ਦੱਸ ਰਹੀ ਸਭ ਕੁਝ, ਸਭ ਤੋਂ ਵੱਡਾ ਜਿਹੜਾ ਸਵਾਲ ਹੈ ਉਹ ਮੇਰੇ ਖਿਆਲ ਨਾਲ ਇਹ ਹੈ ਕਿ ਪਹਿਲਾਂ ਕਿਹਾ ਗਿਆ ਸਰਕਾਰ ਵੱਲੋਂ ਕਿ $19 ਮਿਲੀਅਨ ਵੀ ਚੈਰਿਟੀ ਨੂੰ ਦਿੱਤੇ ਜਾਣਗੇ। ਬਾਅਦ ਵਿੱਚ ਜਦੋਂ ਬਰਦੀਸ਼ ਚੱਗੜ ਦੀ ਪੇਸ਼ੀ ਹੋਈ ਫਾਈਨੈਂਸ ਕਮੇਟੀ ਦੇ ਸਾਹਮਣੇ, ਉਦੋਂ ਗੱਲ ਨਿਕਲੀ 43.53 ਮਿਲੀਅਨ ਅਪ ਟੂ ਡਾਲਰ ਜਿਹੜੇ ਨੇ ਉਹ ਵੀ ਚੈਰਿਟੀ ਨੂੰ ਦਿੱਤੇ ਜਾ ਸਕਦੇ ਸੀ। ਅੱਛਾ, ਫਿਰ ਇਹ ਹੈ ਜਿਹੜੀ ਅੱਜ ਹੁਣ ਇਸ ਗੱਲ ਦਾ ਖੁਲਾਸਾ ਹੋਇਆ ਕਿ ਵੀ ਚੈਰਿਟੀ ਫਾਊਂਡੇਸ਼ਨ ਨੂੰ ਕੰਟਰੈਕਟ ਦਿੱਤਾ ਗਿਆ, ਜਿਹੜੀ ਕਿ ਜਿਹਦਾ ਉਸ ਜਿਹੜੀ ਬ੍ਰਾਂਚ ਹੈਗੀ ਹੈ ਇਹ ਵੀ ਆਰਗੇਨਾਈਜੇਸ਼ਨ ਦੀ, ਉਹਦਾ ਅਜੇ ਕਿਸੇ ਕੰਮ ਕਰਨ ਦਾ ਕੋਈ ਟਰੈਕ ਰੈਕਡ ਹੈ ਨਹੀਂ। ਤੇ ਕੁਝ ਜਿਹੜੇ ਲਾਇਰਸ ਨੇ, ਮਾਹਰ ਨੇ, ਉਹਨਾਂ ਦਾ ਇਹ ਕਹਿਣਾ, ਐਕਚੁਅਲੀ ਪਹਿਲਾਂ ਵੀ ਚੈਰਿਟੀ ਨੇ, ਵੀ ਆਰਗੇਨਾਈਜੇਸ਼ਨ ਨੇ ਕੀ ਕਿਹਾ, ਕਹਿੰਦੇ ਅਸੀਂ ਇਸ ਸੰਸਥਾ ਦੇ ਨਾਲ ਇਸ ਕਰਕੇ ਇਹ ਪ੍ਰੋਗਰਾਮ ਕੀਤਾ ਸੀ ਕੰਟਰੈਕਟ ਇਸ ਨਾਮ ਤੇ, ਤਾਂ ਕਿ ਕੋਈ ਲਾਇਬਿਲਿਟੀ ਇਸ਼ੂ ਜੇ ਕੱਲ੍ਹ ਨੂੰ ਹੁੰਦਾ ਉਹਦੇ ਵਿੱਚ ਕੋਈ ਸਾਨੂੰ ਪੰਗਾ ਨਾ ਪੈ ਜਾਵੇ, ਕਿਉਂਕਿ ਜੇ ਕਿਤੇ ਐਡਾ ਵੱਡਾ ਪ੍ਰੋਗਰਾਮ ਐਡਮਿਨਿਸਟਰ ਕਰਨ ਦੇ ਵਿੱਚ ਕੋਈ ਕੁਤਾਹੀ ਹੋ ਗਈ ਤੇ ਜੇ ਉਹਦੇ ਕਰਕੇ ਕੋਈ ਲਾਇਬਿਲਿਟੀ ਪੈਦਾ ਹੁੰਦੀ ਆ ਤਾਂ ਸਾਨੂੰ ਸਰਕਾਰ ਨੂੰ ਜੇ ਪੈਸੇ ਮੋੜਨੇ ਪੈਂਦੇ ਨੇ, ਤੁਸੀਂ ਸੋਚੋ ਆਪਣੇ ਆਪ ਦੇ ਵਿੱਚ ਐਕਸਪਲੇਨੇਸ਼ਨ ਹੀ ਇਹਦੇ ਵਿੱਚ ਹੀ ਕਿੰਨੀ ਮਤਲਬ ਕਮਜ਼ੋਰੀ ਆ। ਵਿਜੇ ਅਸੀਂ 2 ਦਿਨ ਪਹਿਲਾਂ ਹੀ ਗੱਲ ਕਰ ਰਹੇ ਸੀ ਕਿ ਜਿਹੜਾ ਇਹ $10 ਦੇਣੇ ਇਹਨਾਂ ਨੇ ਪਰ ਆਵਰ, ਉਹ ਹੈਗਾ ਕਿ ਜਿਹੜੇ ਪ੍ਰੋਵਿੰਸ਼ੀਅਲ ਇੰਪਲੋਇਮੈਂਟ ਐਕਟਸ ਹੈਗੇ ਆ ਉਹਨਾਂ ਦੀ ਵਾਇਲੇਸ਼ਨ ਆ। ਤੇ ਉਦੋਂ ਜੇ ਕੋਈ ਕੇਸ ਵਗੈਰਾ ਇਹਨਾਂ ਤੇ ਹੁੰਦਾ, ਜੇ ਕੋਈ ਇਹਨਾਂ ਨੂੰ ਸੂ ਕਰਦਾ ਤੇ ਕਿਵੇਂ ਹੈਂਡਲ ਕਰਨਗੇ? ਸੋ ਇਹ ਜਿਹੜੀ ਇਹ ਲਾਇਬਿਲਿਟੀ ਦੀ ਗੱਲ ਕਰ ਰਹੇ ਨੇ, ਕਿ ਉਹ ਇਸੇ ਲਾਇਬਿਲਿਟੀ ਦੀ ਗੱਲ ਕਰ ਰਹੇ ਨੇ? ਉਹ ਕਹਿੰਦੇ ਕਿ ਜੇ ਅਸੀਂ ਆਪਣੀ ਜਿਹੜੀ ਆਲਰੇਡੀ ਐਗਜ਼ਿਸਟਿੰਗ ਵੀ ਚੈਰਿਟੀ ਆ, ਜੇ ਉਹਦੇ ਥਰੂ ਇਹ ਕੰਟਰੈਕਟ ਕਰਦੇ ਤਾਂ ਉਹਦੇ ਆਫ ਕੋਰਸ ਐਸੈਟਸ ਹੈਗੇ ਨੇ, ਪਰ ਜੇ ਕਿਤੇ ਉਹਨਾਂ ਦੇ ਉੱਪਰ ਦੇਣਦਾਰੀ ਪੈ ਜਾਂਦੀ ਤਾਂ ਉਹ ਚੈਰਿਟੀ ਤੇ ਹੋਰ ਬੜੇ ਇੰਪੋਰਟੈਂਟ ਪ੍ਰੋਗਰਾਮਸ ਚਲਾ ਰਹੀ ਆ। ਫਿਰ ਕਿਤੇ ਇਹ ਨਾ ਹੁੰਦਾ ਵੀ ਇਸ ਪ੍ਰੋਗਰਾਮ ਦੀ ਦੇਣਦਾਰੀਆਂ ਦੇ ਭਾਰ ਕਰਕੇ ਬਾਕੀ ਦੇ ਪ੍ਰੋਗਰਾਮ ਰੁਕ ਜਾਂਦੇ। ਇਸ ਕਰਕੇ ਅਸੀਂ ਆ ਜਿਹੜੀ ਸ਼ੈੱਲ ਕੰਪਨੀ ਆ ਇਹਦੇ ਥਰੂ ਕਰ ਰਹੇ ਸੀ। ਪਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ, ਕਹਿੰਦੇ ਕਿ ਜਿਹੜੇ ਅਪ ਟੂ 40,000 ਸਟੂਡੈਂਟਸ ਦੀ ਰਿਕਰੂਟਮੈਂਟ ਨੂੰ ਲੈ ਕੇ ਜੇ ਕੋਈ ਵੀ ਦੇਣਦਾਰੀ ਬਣਦੀ ਤਾਂ ਉਹਦੀ ਗਰੰਟੀ ਜ਼ਰੂਰ ਦਿੱਤੀ ਹੋਈ ਸੀ ਵੀ ਚੈਰਿਟੀ ਨੇ। ਪਰ ਵਿਜੇ ਟੂ ਯੂਜ਼ ਦ ਵਰਡ ਸ਼ੈੱਲ ਕਾਰਪੋਰੇਸ਼ਨ, ਉਹਨਾਂ ਨੇ ਨਹੀਂ ਕਿਹਾ ਇਹ, ਪਰ ਇਹ ਕਿਹਾ ਜਾ ਰਿਹਾ ਦੈਟਸ ਵਾਟ ਇਟ ਇਜ਼। ਹੈ ਤਾਂ ਸ਼ੈੱਲ ਕਾਰਪੋਰੇਸ਼ਨ ਹੀ ਹੈ, ਦੈਟਸ ਵਾਟ ਇਟ ਇਜ਼। ਤੇ ਫਾਈਨੈਂਸ਼ੀਅਲ ਐਕਸਪਰਟਸ ਵੀ ਇਹਨੂੰ ਸ਼ੈੱਲ ਕਾਰਪੋਰੇਸ਼ਨ ਕਹਿ ਰਹੇ ਨੇ। ਸੋ ਇਹ ਇੰਨੀ ਨੈਗੇਟਿਵ ਕੋਨੋਟੇਸ਼ਨ ਹੈ ਸ਼ੈੱਲ। ਤੁਹਾਨੂੰ ਪਤਾ ਹੈ ਕਿ ਕੰਪਨੀਆਂ ਕਿਉਂ ਯੂਜ਼ ਹੁੰਦੀਆਂ, ਉਹ ਟੈਕਸ ਇਵੇਜਨ ਦੇ ਲਈ ਯੂਜ਼ ਹੁੰਦੀਆਂ ਨਾਰਮਲੀ। ਮੈਂ ਇੱਕ ਇੱਥੇ ਗੱਲ ਕਲੀਅਰ ਕਰ ਦੇਵਾਂ, ਕਈ ਵਾਰੀ ਹੁੰਦਾ ਜਿਹੜੇ ਬੰਦੇ ਮਲਟੀਟਾਸਕ ਕਰਦੇ ਸੁਣ ਰਹੇ ਹੋਣੇ ਨਾ ਇਸ ਵੇਲੇ, ਇਹਦਾ ਸ਼ੈੱਲ ਗੈਸ ਸਟੇਸ਼ਨ ਜਾਂ ਸ਼ੈੱਲ ਆਇਲ ਕੰਪਨੀ ਨਾਲ ਕੁਝ ਲੈਣਾ ਦੇਣਾ ਨਹੀਂ। ਇਹ ਸਿਰਫ ਉਹ ਹੁੰਦਾ ਵੀ ਤੁਸੀਂ ਕੰਪਨੀ ਬਣਾ ਲਈ ਜਿਹਦਾ ਨਾ ਕੋਈ ਕੰਮ ਕਰ, ਉਹ ਸਿਰਫ ਕਾਗਜ਼ੀ ਕੰਪਨੀ ਹੈ, ਖੋਖਲੀ ਹੈ। ਹਾਂ, ਉਹ ਖੋਲ ਹੈ ਕੰਪਨੀ ਦਾ, ਉਹਦੇ ਅੰਦਰ ਕੁਝ ਵੀ ਨਹੀਂ ਹੈ, ਖੋਖਲੀ ਕੰਪਨੀ। ਸੋ ਉਹ ਵਾਲੀ ਸ਼ੈੱਲ ਕਾਰਪੋਰੇਸ਼ਨ ਦੀ ਇਹ ਗੱਲ ਹੋ ਰਹੀ ਹੈ। ਸੋ ਦੇਖਦੇ ਹਾਂ ਵਾਸੂ, ਜਿਹੜੀ ਅੱਜ ਦੀ ਇਹ ਪੇਸ਼ੀ ਹੋਣੀ ਹੈ ਫਾਈਨੈਂਸ ਮਿਨਿਸਟਰ ਦੀ, ਉਹਦੇ ਵਿੱਚੋਂ ਕਾਫੀ ਸੁਰਖੀਆਂ ਤੇ ਕਾਫੀ ਹੋਰ ਗੱਲਾਂ ਨਿਕਲ ਕੇ ਆਉਣਗੀਆਂ ਜ਼ਰੂਰ। ਪਰ ਜੇਕਰ ਉਹ ਸਹੀ ਜਵਾਬ ਦੇਣ ਸਵਾਲਾਂ ਦੇ, ਇਫ ਹੀ ਇਜ਼ ਆਲਸੋ ਗੋਇੰਗ ਟੂ ਸਟਿਕ ਟੂ ਦ ਸੇਮ ਨੈਰੇਟਿਵ, ਉਹ ਰਿਟੋਰਿਕ ਹੀ ਹੋਣਾ, ਤੇ ਫਿਰ ਕੋਈ ਫਾਇਦਾ ਨਹੀਂ।